ਗੁਰੂ ਬਖਸ਼ਿਸ਼ ਸਦਕਾ ਸੁਖਮਨੀ ਸਾਹਿਬ ਪਾਵਨ ਬਾਣੀ ਦੀ ਵਿਚਾਰ ਕਰ ਰਹੇ ਹਾਂ। ਵਿਚਾਰ ਅਧੀਨ ਅੱਜ 10ਵੀਂ ਅਸ਼ਟਪਦੀ ਦੇ ਤੀਸਰੇ ਪਦੇ ਨੂੰ ਵਿਚਾਰਨਾ ਹੈ, ਜਿਸ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨਿਰਾਕਾਰ ਦੀ ਉਸ ਬੇਅੰਤ ਰਚਨਾ ਦੇ ਬਾਬਤ ਕੁਝ ਸਮੁੰਦਰ ਦੇ ਵਿੱਚ ਬੂੰਦ ਮਾਤਰ ਦਾ ਯਤਨ ਕਰ ਰਹੇ ਨੇ, ਕਿਉਂਕਿ ਸਾਹਿਬ ਆਪਣੀ ਬਾਣੀ 'ਚ ਆਪ ਕਹਿੰਦੇ ਨੇ, ਨਾਨਕ ਅੰਤ ਨਾ ਅੰਤ, ਮਾਲਕ ਦੀ ਕੁਦਰਤ ਦਾ ਕੋਈ ਅੰਤ ਨਹੀਂ ਹੈ। ਜਿਵੇਂ ਹੀ ਸੂਝ ਪ੍ਰਾਪਤ ਹੁੰਦੀ ਹੈ, ਪਹਿਲੀ ਗੱਲ ਇਹ ਹੈ ਕਿ ਪ੍ਰਮਾਤਮਾ ਦੀ ਕੁਦਰਤ ਬੜੀ ਬੇਅੰਤ ਹੈ। ਇੱਥੇ ਲੋਕ ਇੱਕ ਇੱਕ ਦੇਵਤੇ ਲੈ ਕੇ ਬੈਠੇ ਹੋਏ ਨੇ ਤੇ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦੀ ਕੁਦਰਤ 'ਚ ਪਤਾ ਨਹੀਂ ਕਿਤਨੇ ਕੁ ਬਰਮੇ ਨੇ ਜੋ ਘਾੜਤ ਕੱਢ ਰਹੇ ਨੇ। ਕੇਤੇ ਬਰਮੈ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਕੇਤਿਆਂ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ। ਅਣਗਿਣਤ ਨੇ, ਪਤਾ ਹੀ ਨਹੀਂ ਹੈ। ਅਸੀਂ ਇੱਕ ਇੱਕ ਨੂੰ ਸਾਂਭੀ ਬੈਠੇ ਹਾਂ, ਪਤਾ ਨਹੀਂ ਕਿਤਨੇ ਕੁ ਧਰੂ ਨੇ, ਕਿਤਨੇ ਕੁ ਨਾਨਕ ਨੇ, ਕੋਈ ਪਤਾ ਨਹੀਂ। ਸਾਹਿਬ ਕਹਿੰਦੇ ਨੇ ਪ੍ਰਮਾਤਮਾ ਦੀ ਕੁਦਰਤ ਦੇ ਬਾਬਤ ਕਹੋਗੇ ਕੋਈ ਅੰਤ ਨਹੀਂ ਹੈ। ਉੱਥੇ ਜਾ ਕੇ ਕੀ ਕਹੋਗੇ? ਕਿਸ ਧਰਤੀ ਤੋਂ ਆਏ ਹਾਂ, ਕਿਸ ਦੇ ਜਾਏ ਹਾਂ, ਬੜੀ ਬੇਅੰਤ ਹੈ। ਪ੍ਰਮਾਤਮਾ ਦਾ ਜੇ ਕੋਈ ਅੰਤ ਪਾਉਣ ਤੁਰ ਪਏ ਤਾਂ ਬਹੁਤ ਬੇਅੰਤ ਹੈ। ਸਾਹਿਬ ਕਹਿੰਦੇ ਨੇ ਉਸ ਦੀ ਕੁਦਰਤ 'ਚ ਉਸ ਨੂੰ ਗਾਉਣ ਵਾਲੇ ਵੀ ਬੜੇ ਨੇ, ਧਿਆਉਣ ਵਾਲੇ ਵੀ ਬੜੇ ਨੇ, ਪਰ ਅੰਤ ਕਾਹੇ ਦਾ ਨਹੀਂ ਹੈ। ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨਕ ਪ੍ਰਕਾਰ। ਪਰਮਾਤਮਾ ਨੇ ਬੜੇ ਭਾਂਤ ਦੇ ਨਾਲ ਇਸ ਕੁਦਰਤ ਨੂੰ ਬਣਾਇਆ ਹੈ। ਪਿਛਲੇ ਪਦੇ 'ਚ ਅਸੀਂ ਵਿਚਾਰਿਆ ਸੀ ਵੀ ਇੱਥੇ ਬੜੇ ਅਭਿਮਾਨੀ ਵੀ ਨੇ, ਅੰਧ ਗਿਆਨੀ ਵੀ ਨੇ, ਅਹੰਕਾਰ 'ਚ ਜੋ ਮੂਰਖ ਹੋ ਗਏ ਨੇ। ਕਿਤਨੇ ਨੇ ਜੋ ਕਿਰਪਨ ਨੇ, ਕੰਜੂਸ ਨੇ, ਕਠੋਰ ਹਿਰਦੇ ਵਾਲੇ ਨੇ। ਕਈ ਕੋਟ ਅਭਿਗ ਆਤਮ ਨਿਕੋਰ, ਜੋ ਭਿੱਜੇ ਹੀ ਨਹੀਂ ਅੰਦਰੋਂ, ਸੁੱਕੇ ਹੀ ਰਹਿ ਗਏ। ਕਿਤਨੇ ਨੇ ਜੋ ਪਰਾਇਆ ਧਨ ਖੋਣ ਦੀਆਂ ਦਿਨ ਰਾਤ ਵਿਉਂਤਾ ਲਾਉਂਦੇ ਫਿਰਦੇ ਨੇ, ਜੋ ਦੂਸਰਿਆਂ ਦੀ ਨਿੰਦਾ ਕਰ ਰਹੇ ਨੇ ਪਰ ਦੁੱਖ ਨਾ ਕਰੇ। ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ। ਪੈਸਿਆਂ ਦੀ ਖਾਤਰ ਦੇਸ਼ ਵਿਦੇਸ਼ ਭਟਕ ਰਹੇ ਨੇ। ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਤੇਰੇ ਬਾਰੇ ਮੈਂ ਕੀ ਕਹਿ ਸਕਦਾ, ਜਿੱਥੇ ਤੂੰ ਰੱਖਿਆ ਤਿੱਥੇ ਹੀ ਕੋਈ ਰਿਹਾ ਹੋਇਆ। ਸਾਹਿਬ ਕਹਿੰਦੇ ਨੇ ਜਿੱਥੇ ਮੰਦੇ ਨੇ ਉੱਥੇ ਅਤ ਚੰਗੇ ਵੀ ਨੇ। ਤੇਰੀ ਕੁਦਰਤ ਦੇ ਵਿੱਚ ਅੱਜ ਦੇ ਪਦੇ 'ਚ ਆਪ ਕਹਿੰਦੇ ਨੇ, ਕਈ ਕੋਟ ਸਿੱਧ ਜਤੀ ਜੋਗੀ। ਇਹਨਾਂ ਦਾ ਵੀ ਕੋਈ ਅੰਤ ਪਾਰਾਵਾਰ ਨਹੀਂ, ਜੋ ਸਿੱਧ ਹੋ ਗਏ, ਪੁੱਗੇ ਹੋਏ ਪੁਰਸ਼ ਜੋ ਨੇ। ਸਿੱਧ ਜੋ ਪੁੱਗ ਗਿਆ ਹੈ, ਖਾਸ ਕਿਸੇ ਮਤ ਦੇ ਨਾਲ ਮਿਲਾ ਕੇ ਸ਼ਬਦ ਨੂੰ ਨਹੀਂ ਜੋੜਨਾ ਵੀ ਖਾਸ ਸਿੱਧਾਂ ਦੇ ਲਈ ਵਰਤਿਆ ਗਿਆ। ਸਿੱਧ ਜੋ ਪੁੱਗਿਆ ਹੋਇਆ ਪੁਰਸ਼ ਹੈ। ਤੇਰੀ ਇਸ ਕੁਦਰਤ 'ਚ ਬੇਅੰਤ ਉਹ ਨੇ ਜੋ ਪੁੱਗ ਗਏ ਨੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਵਾਰ ਲਿਆ ਹੈ, ਜਿਨ੍ਹਾਂ ਸਾਰ ਰਸ ਪੀ ਲਿਆ ਹੈ। ਰਾਮ ਨਾਮ ਸਾਰ ਰਸ ਪੀਵੈ। ਜਿਨ੍ਹਾਂ ਨੇ ਸ਼੍ਰੇਸ਼ਟ ਰਸ ਮੰਨ ਲਿਆ ਹੈ, ਐਸੇ ਅਣਗਿਣਤ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ। ਕਿਤਨੇ ਹੀ ਐਸੇ ਨੇ ਜੋ ਜਤੀ ਹੋ ਗਏ ਨੇ, ਜਿਨ੍ਹਾਂ ਜਤ ਸੰਯਮ ਧਾਰ ਲਿਆ। ਧਰਮ ਬਿਨਾਂ ਸੰਜਮ ਤੋਂ ਨਹੀਂ ਆ ਸਕਦਾ। ਸੰਜਮ ਹੀ ਹੈ ਤੁਹਾਡਾ ਜੋ ਤੁਸੀਂ ਇੱਥੇ ਆ ਬੈਠੇ। ਬੜੇ ਕੰਮਾਂ ਨੂੰ ਅਸੀਂ ਛੱਡ ਕੇ ਸੰਜਮ ਧਾਰ ਕੇ ਵੀ ਗੁਰੂ ਕੀ ਸੰਗਤ 'ਚ ਆ ਪਹੁੰਚੇ ਹਾਂ। ਬਿਨਾਂ ਸੰਜਮ ਤੋਂ ਸੰਗਤ ਨਹੀਂ ਹੋ ਸਕਦੀ। ਕਿਤਨੇ ਦਰਵਾਜ਼ੇ, ਕਿਤਨੇ ਕੰਮਾਂ ਦੇ ਦਰਵਾਜ਼ੇ ਬੰਦ ਕਰਕੇ ਮੈਂ ਗੁਰੂ ਘਰ ਵਾਲੇ ਕੰਮ ਦਾ, ਇਸ ਕਾਰਜ ਦਾ ਦਰਵਾਜ਼ਾ ਖੋਲ੍ਹਿਆ। ਜੇ ਮਨ ਦੇ ਮਗਰ ਲੱਗਦੇ ਤੇ ਹੋਰ ਵੀ ਬੜੇ ਕੰਮ ਸਨ, ਜਿਹੜਾ ਮਨ ਕਹਿੰਦਾ ਬਹੁਤ ਜ਼ਰੂਰੀ ਨੇ, ਇਹ ਵੀ ਕਰਨੇ ਚਾਹੀਦੇ ਸਨ। ਤੇ ਗੁਰੂ ਦੁਆਰੇ ਬੈਠ ਕੇ ਉਹ ਸਾਰੇ ਕੰਮ ਯਾਦ ਵੀ ਆਉਣ ਲੱਗ ਜਾਂਦੇ ਨੇ। ਜਦੋਂ ਮਨ ਭਟਕਾਉਣਾ ਚਾਹੁੰਦਾ ਹੈ, ਸਭ ਉਹ ਗੱਲਾਂ ਯਾਦ ਆਉਣਗੀਆਂ ਜੋ ਤੁਹਾਨੂੰ ਵਿਸਰੀਆਂ ਹੋ।
ਜਿਵੇਂ ਤੁਸੀਂ ਖਾਲੀ ਬੈਠੋਗੇ, ਜਿਵੇਂ ਤੁਸੀਂ ਇਕਾਂਤ 'ਚ ਜਾਣਾ ਚਾਹੋਗੇ, ਕੁਝ ਸਮੇਂ ਟਿਕ ਜਾਵਾਂ, ਤੁਹਾਨੂੰ ਸਭ ਭੁੱਲੀਆਂ ਵਿਸਰੀਆਂ ਗੱਲਾਂ ਯਾਦ ਆਉਣ ਲੱਗ ਜਾਣਗੀਆਂ। ਉਹ ਵੀ ਰਹਿੰਦਾ ਸੀ, ਉਹ ਵੀ ਰਹਿੰਦਾ ਸੀ। ਜਰਾ ਜੀ ਮਨ ਦੀ ਜਗ੍ਹਾ ਖਾਲੀ ਹੋਏਗੀ, ਸਭ ਯਾਦ ਆਏਗਾ। ਪਰ ਸੰਯਮ ਰੱਖਣਾ ਪਏਗਾ, ਬੜੀ ਇਕਾਗਰਤਾ ਬਣਾਉਣੀ ਪੈਂਦੀ ਹੈ ਸੰਗਤ ਕਰਨ ਲਈ। ਜਤ ਧਾਰਨਾ ਬੜਾ ਔਖਾ ਕੰਮ ਹੈ, ਜਿਸਨੂੰ ਸਾਹਿਬ ਕਹਿੰਦੇ ਨੇ ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਇਹ ਜੀਵਨ ਦੀ ਪ੍ਰਾਪਤੀ ਦੇ ਸਾਧਨ ਨੇ ਜਤ ਤੇ ਧੀਰਜ। ਜੀਵਨ ਨੂੰ ਸੰਜਮ 'ਚ ਲਿਆਉਣਾ ਹੈ ਤੇ ਬੜਾ ਟਿਕਾਓ ਰੱਖਣਾ, ਬੜੀ ਸ਼ਾਂਤੀ ਚਾਹੀਦੀ ਹੈ। ਜਿਵੇਂ ਸ਼ੇਖ ਫਰੀਦ ਜੀ ਕਹਿੰਦੇ ਨੇ, ਦਰਵੇਸ਼ਾਂ ਨੂੰ ਲੋੜੀ ਆ ਰੁੱਖਾਂ ਦੀ ਜੀਰਾਨ, ਬੜਾ ਸਬਰ ਚਾਹੀਦਾ, ਰੁੱਖਾਂ ਜਿੱਡਾ ਜੇਰਾ ਚਾਹੀਦਾ। ਜੋ ਅਨੰਤ ਸੁਖ ਹੈ, ਅਨੰਤ ਸੁਖ ਖਿੰਨ ਪਲ 'ਚ ਨਹੀਂ ਮਿਲੇਗਾ, ਉਸ ਦੇ ਲਈ ਬੜਾ ਜੇਰਾ ਚਾਹੀਦਾ। ਜਤੀ ਜਿਹੜਾ ਹੈ ਬੜੇ ਸਬਰ 'ਚ ਹੈ। ਉਹ ਜਤੀ ਹੋ ਹੀ ਨਹੀਂ ਸਕਦਾ ਜੋ ਕਾਲਾ ਪੈ ਗਿਆ, ਜੋ ਕਹਿੰਦਾ ਵੀ ਮੈਂ ਅੱਜ ਹੀ ਵਰਤ ਰੱਖਿਆ ਹੈ, ਅੱਜ ਹੀ ਮੈਂ ਜੀਵਨ ਦੇ ਵਿੱਚ ਆ ਛੱਡਿਆ ਹੈ, ਅੱਜ ਹੀ ਮੈਂ ਆਹ ਕੰਮ ਕੀਤਾ, ਅੱਜ ਹੀ ਮਿਲ ਜਾਏਗਾ। ਇਹ ਸਭ ਸੰਯਮ 'ਚ ਆਉਂਦੇ ਨੇ, ਜਤ 'ਚ ਆਉਂਦੇ ਨੇ। ਕਿਸੇ ਖਾਸ ਕੰਮ ਨੂੰ ਨਾ ਕਰਨਾ ਜਾਂ ਕਿਸੇ ਖਾਸ ਕੰਮ ਨੂੰ ਕਰਨ ਲੱਗ ਜਾਣਾ, ਬਾਕੀ ਛੱਡ ਕੇ ਜਤ ਹੈ। ਇਸ ਲਈ ਧੀਰਜ ਚਾਹੀਦਾ। ਇੱਕ ਦਿਨ ਤੁਸੀਂ ਆ ਗਏ, ਖਾਸ ਕੰਮ ਸਤ ਸੰਗਤ ਵਿੱਚ, ਕਹੋ ਵੀ ਅੱਜ ਹੀ ਸਭ ਮਿਲ ਜਾਏ, ਨਹੀਂ। ਸਾਹਿਬ ਕਹਿੰਦੇ ਬੜਾ ਜੇਰਾ ਚਾਹੀਦਾ। ਜੇ ਬੀਜ ਵੀ ਬੀਜਾਂਗੇ ਤੇ ਉਹ ਵੀ ਅੱਜ ਹੀ ਪ੍ਰਫੁੱਲਤ ਨਹੀਂ ਹੋਏਗਾ। ਬੀਜ ਬੀਜਿਆ ਹੈ, ਉਸ ਲਈ ਵੀ 10 ਦਿਨਾਂ ਦਾ ਘੱਟੋ ਘੱਟ ਸਬਰ ਕਰਨਾ ਪਏਗਾ, ਫਿਰ ਉਹ ਪੁੰਗਰੇਗਾ। ਤੇ ਫਲ ਤੱਕ ਪਹੁੰਚਣ ਲਈ ਤੇ ਬੜਾ ਜੇਰਾ ਚਾਹੀਦਾ। ਜੋ ਵੱਡਾ ਦਰਖਤ ਹੋਇਆ, ਤਗੜਾ ਦਰਖਤ ਹੋਇਆ, ਤੇ ਉਸਨੂੰ ਕਈ ਸਾਲ ਲੱਗਣਗੇ। ਇਸ ਲਈ ਸਾਹਿਬ ਕਹਿੰਦੇ ਨੇ ਬੜੇ ਇਸ ਕੁਦਰਤ ਵਿੱਚ ਸਿੱਧ ਨੇ, ਪੁੱਗੇ ਹੋਏ ਨੇ, ਜਤੀ ਨੇ, ਜਿਨ੍ਹਾਂ ਬੜਾ ਸੰਯਮ ਧਾਰਿਆ ਹੋਇਆ। ਜੋਗੀ ਜੋ ਮਿਲ ਗਏ ਨੇ, ਜਿਨ੍ਹਾਂ ਨੇ ਜੋਗ ਪਾ ਲਿਆ, ਬੜੇ ਨੇ ਜੋ ਜੋਗੀ ਨੇ ਸਾਹਿਬ ਜੀ। ਤੇ ਇਸ ਤੇਰੀ ਸਪਰੰਪਾਰ ਕੁਦਰਤ ਦੀ ਕੀ ਬਿਆਨਗੀ ਕਰੀਏ। ਇੱਥੇ ਕੋਈ ਊਣਤਾ ਹੀ ਨਹੀਂ ਹੈ, ਭਰੇ ਹੋਏ ਨੇ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ। ਇਸ ਕੁਦਰਤ ਦੇ ਵਿੱਚ ਅਨੰਤ ਐਸੇ ਵੀ ਨੇ ਜੋ ਰਸਾਂ ਕਸਾਂ 'ਚ ਉਲਝੇ ਹੋਏ, ਰਸ ਭੋਗ ਰਹੇ ਨੇ, ਜੋ ਬਸ ਇਹੀ ਕਹਿੰਦੇ ਨੇ ਵੀ ਜੀਵਨ 'ਚ ਮੌਜ ਲੈਣ ਆਏ ਹਾਂ, ਮੌਜ ਕਰੀ ਚੱਲੀਏ। ਉਹ ਭੁੱਲ ਹੀ ਗਏ ਨੇ ਵੀ ਜੀਵਨ ਕਿਸੇ ਹੋਰ ਯਾਤਰਾ ਲਈ ਮਿਲਿਆ ਸੀ। ਉਹ ਕਹਿੰਦੇ ਨੇ ਦੁਬਾਰਾ ਜੀਵਨ ਨਹੀਂ ਮਿਲਣਾ, ਜੋ ਮਿਲਿਆ ਹੈ ਇਸ ਨੂੰ ਮੌਜ 'ਚ ਗੁਜ਼ਾਰ ਦਿਓ। ਭਗਤ ਵੀ ਇਹੀ ਕਹਿੰਦਾ, ਦੁਬਾਰਾ ਜੀਵਨ ਨਹੀਂ ਮਿਲਣਾ, ਇਸ ਲਈ ਇਸ ਨੂੰ ਸੰਯਮ 'ਚ ਸੱਚ ਨਾਲ ਜੁੜ ਕੇ ਗੁਜ਼ਾਰ ਲਓ। ਦੋਨਾਂ ਦੇ ਵਿੱਚ ਫਰਕ ਹੈ। ਇੱਕ ਦੀ ਮੱਤ ਜਿਹੜੀ ਹੈ ਸੁਚੇਤ ਹੋ ਗਈ ਹੈ, ਸਮਝ ਗਿਆ ਹੈ ਵੀ ਇਹ ਜੋ ਦੇਹੀ ਮਿਲੀ ਹੈ ਕੁਝ ਖਾਸ ਮਕਸਦ ਲਈ, ਉਸ ਨੂੰ ਪੂਰਾ ਕਰ ਲਿਆ ਜਾਏ। ਇੱਕ ਕਹਿੰਦਾ ਹੈ ਜੋ ਆਸੇ ਪਾਸੇ ਰਸ ਕਸ ਨੇ ਕਿਉਂ ਛੱਡਣੇ ਨੇ, ਸਭ ਮੰਨ ਲਓ, ਜੀਵਨ ਰਹੇ ਜਾਂ ਨਾ ਰਹੇ ਕੋਈ ਪਤਾ ਨਹੀਂ। ਜੇ ਸਿਰਫ ਅਸੀਂ ਰਸ ਕਸ ਭੋਗਣ ਲਈ ਆਏ ਹੁੰਦੇ ਤੇ ਕਿਸੇ ਇੱਕ ਧਰਮ ਦੀ, ਕਿਸੇ ਖਾਸ ਵਿਦਿਆ ਦੀ ਲੋੜ ਨਹੀਂ ਸੀ, ਰਸ ਕਸ ਹੀ ਭੋਗਣੇ ਸਨ। ਇਸ ਲਈ ਕੋਈ ਪੜ੍ਹਾਈ ਦੀ ਜ਼ਰੂਰਤ ਨਹੀਂ, ਇਸ ਲਈ ਕਿਸੇ ਧਰਮ ਗਿਆਨ ਦੀ ਲੋੜ ਨਹੀਂ ਹੈ। ਜੀਭ ਸਵਾਦ ਮਾਨਣੇ ਆਪੇ ਹੀ ਸਿੱਖ ਜਾਂਦੀ ਹੈ, ਅੱਖਾਂ ਆਪੇ ਹੀ ਦੇਖਣਾ ਸਿੱਖ ਗਈਆਂ ਨੇ, ਕੰਨ ਸੁਣਨਾ ਸਿੱਖ ਗਏ ਨੇ, ਕਿਸੇ ਖਾਸ ਮਕਸਦ ਦੀ ਲੋੜ ਨਹੀਂ। ਕਿਸੇ ਨੂੰ ਬੋਲਣਾ ਨਹੀਂ ਸਿਖਾਇਆ ਜਾਂਦਾ, ਸਭ ਆ ਜਾਂਦਾ ਹੈ ਆਪੇ ਹੀ। ਇਹ ਤੇ ਆਪੇ ਆ ਗਿਆ। ਜੋ ਆਪਣੇ ਆਪ ਆ ਰਿਹਾ ਹੈ ਦੂਸ਼ਿਤ ਕਰੇਗਾ। ਇਸ ਲਈ ਸਹੀ ਚੀਜ਼ ਸਿੱਖਣੀ ਪੈਂਦੀ ਹੈ। ਧਰਮ ਸਥਾਨ ਤੇ ਵਿਦਿਆਲੇ 'ਚ ਜਾਣਾ ਪੈਂਦਾ ਹੈ, ਸਕੂਲ ਬੱਚੇ ਨੂੰ ਪਾਉਣਾ ਪੈਂਦਾ ਹੈ। ਚਾਹੇ ਉਹ ਕਿਤਨਾ ਵੀ ਜਿੱਦ ਕਰੇ, ਅਸੀਂ ਧਿੱਕਾ ਜੋਰੀ ਉਸ ਨੂੰ ਭੇਜਦੇ ਹਾਂ ਵੀ ਇੱਥੇ ਤੇਰਾ ਭਲਾ। ਤੇ ਸਾਹਿਬ ਵੀ ਕਹਿੰਦੇ ਨੇ ਕਿਤਨਾ ਵੀ ਮਨ ਅਵੇਸਲਾ ਹੋਏ, ਧਿੱਕਾ ਜੋਰੀ ਵੀ ਸੰਗਤ 'ਚ ਲਿਆਉਣਾ ਪਏਗਾ, ਕਿਉਂਕਿ ਇੱਥੇ ਉਸ ਦਾ ਭਲਾ ਹੈ। ਨਹੀਂ ਤਾਂ ਅਨੰਤ ਲੋਕ ਐਸੇ ਨੇ ਜੋ ਰਸਾਂ ਦੇ ਵਿੱਚ
ਮਸਤ ਨੇ, ਭੋਗ ਭੋਗ ਰਹੇ ਨੇ, ਉਹ ਕਹਿੰਦੇ ਨੇ ਇਹੀ ਜੀਵਨ ਹੈ। ਸਾਹਿਬ ਕਹਿੰਦੇ ਨੇ ਪ੍ਰਮਾਤਮਾ ਤੇਰੀ ਕੁਦਰਤ ਦੇ ਵਿੱਚ ਕਈ ਕੋਟ ਪੰਖੀ ਸਰਪ ਉਪਾਏ, ਤੂੰ ਕਿਤਨੇ ਕਰੋੜਾਂ ਪੰਖੀ ਸੱਪ ਆਦਿ ਜੂਨਾਂ ਬਣਾਈਆਂ ਹੋਈਆਂ, ਉਹ ਵੀ ਭੋਗ ਰਹੇ ਨੇ। ਤੇ ਸਾਨੂੰ ਸਿਕਦਾਰੀ ਬਖਸ਼ੀ ਹੈ, ਵਡਿਆਈ ਦਿੱਤੀ ਹੈ, ਸਭ ਤੋਂ ਉੱਚੀ ਇਹ ਮਨੁੱਖਾ ਦੀ ਹੀ ਮਿਲੀ। ਮੈਂ ਕੋਈ ਗੰਦਗੀ ਦਾ ਕੀੜਾ ਨਹੀਂ ਬਣਿਆ, ਦੁਆਰੇ ਦੁਆਰ ਜਿਵੇਂ ਸਵਾਨ ਡੋਲਦਾ ਫਿਰਦਾ, ਮੈਨੂੰ ਕੁੱਤਾ ਨਹੀਂ ਬਣਾਇਆ ਪ੍ਰਮਾਤਮਾ, ਮਨੁੱਖ ਬਣਾਇਆ ਹੋਇਆ, ਉੱਡਣੇ ਪੰਖੀ ਨਹੀਂ ਬਣਾਏ ਹੋਏ। ਜੇ ਪ੍ਰਮਾਤਮਾ ਨੇ ਕੁਝ ਖਾਸ ਬਣਾ ਦਿੱਤਾ ਹੈ ਤਾਂ ਸਾਹਿਬ ਕਹਿੰਦੇ ਉਸ ਦਾ ਸ਼ੁਕਰ ਗੁਜ਼ਾਰੋ, ਨਹੀਂ ਤਾਂ ਉਸ ਦੀ ਕੁਦਰਤ ਦੇ ਵਿੱਚ ਕਰੋੜਾਂ ਪੰਖੀ ਸੱਪ ਵੀ ਬੈਠੇ ਹੋਏ। ਮੈਂ ਕੁਝ ਅਲੱਗ ਹਾਂ ਤੇ ਕਿਸੇ ਕਾਰਨ ਕਰਕੇ ਹੀ ਹਾਂ, ਤੇ ਜਿਸ ਨੇ ਅਲੱਗ ਬਣਾਇਆ ਹੈ ਉਸ ਦਾ ਸ਼ੁਕਰ ਨਾ ਵਿਸਰ ਜਾਏ। ਕਈ ਕੋਟ ਪਾਥਰ ਬਿਰਖ ਨਿਪਜਾਏ, ਸਾਹਿਬ ਕਹਿੰਦੇ ਨੇ ਇਸ ਕੁਦਰਤ ਦੇ ਵਿੱਚ ਕਿਤਨੇ ਹੀ ਦਰਖਤ ਪੱਥਰ ਆਦਿ ਪ੍ਰਮਾਤਮਾ ਨੇ ਬਣਾਏ ਹੋਏ ਨੇ। ਜੇ ਬੇਅੰਤ ਭਾਂਤ ਦੀਆਂ ਜੂਨਾਂ ਦੀ ਗੱਲ ਕਰਦੇ ਹਾਂ ਤਾਂ ਸਾਹਿਬ ਕਹਿੰਦੇ ਨੇ ਇਹ ਵੀ ਹੈ, ਕਿਤੇ ਪਵਨ ਪਾਣੀ ਵੈ ਸੰਤਰ, ਕਿਤੇ ਕਾਨ ਮਹੇਸ਼, ਕਿਤਨੇ ਤਰੀਕੇ ਦਾ ਹਵਾ ਪਾਣੀ ਬਣਾਇਆ ਹੋਇਆ, ਅਗਨੀ ਬਣਾਈ ਹੋਈ ਹੈ। ਸਾਹਿਬ ਤਿਵੇਂ ਕਹਿੰਦੇ ਨੇ ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ਼ ਭੂ ਮੰਡਲ। ਜਪਜੀ ਸਾਹਿਬ ਵਾਲਾ ਜ਼ਿਕਰ ਇੱਥੇ ਪੰਚਮ ਪਾਤਸ਼ਾਹ ਕਹਿੰਦੇ ਨੇ ਕਈ ਕਰੋੜਾਂ ਤਰੀਕੇ ਦੀ ਹਵਾ ਪਾਣੀ ਤੇ ਅਗਨੀ ਹੈ। ਅਸੀਂ ਤੇ ਇੱਕ ਦੋ ਤਰੀਕੇ ਦਾ ਪਾਣੀ ਕਹਿ ਦਿੰਦੇ ਹਾਂ, ਜ਼ਹਿਰੀਲਾ ਪਾਣੀ ਹੈ, ਸਾਫ਼ ਪਾਣੀ ਹੈ, ਤਰ੍ਹਾਂ ਤਰ੍ਹਾਂ ਦੇ ਤਰਲ ਪਦਾਰਥ ਨੇ, ਕੈਮੀਕਲਸ ਬਣੇ ਹੋਏ। ਹਵਾਵਾਂ ਵੀ ਕਈ ਹਜ਼ਾਰ ਤਰੀਕੇ ਦੀਆਂ ਨੇ, ਕੁਝ ਸਾਨੂੰ ਸਮਝ ਲੱਗ ਗਈਆਂ ਨੇ ਤਾਂ ਅਸੀਂ ਉਹਨਾਂ ਦੇ ਨਾਂ ਰੱਖਤੇ। ਕੁਝ ਅਗਨਾਂ ਦੀ ਗੱਲ ਤੇ ਬਾਣੀ ਵੀ ਕਹਿੰਦੀ ਹੈ, ਜਠਰ ਅਗਨ ਦਾਵਾ ਅਗਨ, ਪੇਟ ਦੀ ਅਗਨ, ਜੰਗਲ ਦੀ ਅੱਗ, ਆਮ ਅੱਗ, ਬਹੁਤ ਸਾਰੇ ਸਮੁੰਦਰ ਦੀ ਅੱਗ ਹੈ। ਸਾਹਿਬ ਕਹਿੰਦੇ ਨੇ ਅੱਗ ਵੀ ਕਰੋੜਾਂ ਪ੍ਰਕਾਰ ਦੀ ਹੈ ਤੇਰੀ ਕੁਦਰਤ ਦੇ ਵਿੱਚ। ਕਈ ਕੋਟ ਦੇਸ਼ ਭੂ ਮੰਡਲ, ਕਿਤਨੇ ਦੇਸ਼ ਅਣਗਿਣਤ ਭੂ ਖੇਤਰ ਤੁਸੀਂ ਬਣਾਏ ਹੋਏ ਨੇ, ਕੋਈ ਨਹੀਂ ਗਿਣ ਸਕਦਾ। ਅਸੀਂ ਤੇ ਕਹਿ ਦਾਂਗੇ ਜੀ ਸਾਨੂੰ ਸਭ ਪਤਾ ਹੈ ਇੱਕ ਧਰਤੀ ਦਾ, ਤੇ ਸਾਹਿਬ ਤੇ ਕਹਿੰਦੇ ਨੇ ਇੱਕ ਧਰਤੀ ਨਹੀਂ ਹੈ, ਅਣਗਿਣਤ ਧਰਤੀਆਂ ਨੇ, ਉਹੀ ਨਹੀਂ ਗਿਣ ਸਕਦੇ ਤੇ ਅਸੀਂ ਉਹਨਾਂ ਦੇ ਭੂ ਖੇਤਰ ਕੀ ਗਿਣਾਂਗੇ। ਕਈ ਕੋਟ ਸਸੀਅਰ ਸੂਰ ਨਖੇਤਰ, ਸਾਹਿਬ ਕਹਿੰਦੇ ਨੇ ਤੁਸੀਂ ਇੱਕ ਚੰਦਰਮਾ ਨੂੰ ਦੇਖੀ ਜਾਂਦੇ ਹੋ, ਪਰਮਾਤਮਾ ਦੀ ਕੁਦਰਤ ਵਿੱਚ ਕਰੋੜਾਂ ਹੀ ਸੂਰਜ, ਚੰਦਰਮਾ ਤੇ ਹੋਰ ਨਖੇਤਰ ਭਾਵ ਤਾਰੇ ਹਨ, ਅਣਗਿਣਤ ਹੈ, ਉਸ ਦਾ ਕੋਈ ਅੰਤ ਨਹੀਂ ਹੈ। ਕਿਤਨਾ ਵੀ ਭਾਲ ਲਓਗੇ ਉਹ ਸਭ ਪਾਸਿਓਂ ਅਨੰਤ ਹੀ ਦਿਸੇਗਾ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਕਿਤਨੇ ਹੀ ਇੱਥੇ ਕਰੋੜਾਂ ਹੀ ਦੇਵਤੇ ਨੇ ਤੇ ਕਰੋੜਾਂ ਹੀ ਦਾਨਵ ਵੀ ਨੇ। ਦੇਵ ਬਿਰਤੀ ਵਾਲਿਆਂ ਦੀ ਵੀ ਅੰਤ ਨਹੀਂ ਹੈ, ਜੋ ਦਾਨਵ ਬਿਰਤੀ ਵਾਲੇ ਲੋਕ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ। ਗੁਰੂ ਨਾਨਕ ਸਾਹਿਬ ਇਸ ਨੂੰ ਅਸੰਖ ਜਪ ਅਸੰਖ ਭਾਉ ਵੀ ਕਹਿੰਦੇ ਨੇ, ਦੂਜੇ ਪਾਸੇ ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮਖੋਰ ਵੀ ਕਹਿੰਦੇ ਨੇ। ਦੋਨੋਂ ਤਰੀਕੇ ਦੇ ਲੋਕ ਜਿਨ੍ਹਾਂ ਦੇ ਅਸੰਖ ਨਾਮ ਅਸੰਖ ਥਾਮ ਨੇ, ਅਗੰਮ ਅਗੰਮ ਅਸੰਖ ਲੋਕ। ਪਰਮਾਤਮਾ ਦੀ ਕੁਦਰਤ 'ਚ ਅਸੰਖ ਵੀ ਕਹਿਣਾ ਬੜਾ ਔਖਾ ਹੈ, ਅਸੰਖ ਕਹਿ ਸਿਰ ਭਾਰ ਹੋਏ। ਮੈਂ ਕੀ ਕਹਾਂ, ਮੇਰੇ ਕੋਲ ਅੱਖਰ ਹੀ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ। ਮੈਨੂੰ ਅੱਖਰਾਂ ਰਾਹੀਂ ਕਹਿਣਾ ਪੈਂਦਾ ਹੈ, ਕਿਵੇਂ ਕਹਾਂਗੇ। ਪਰ ਅੱਖਰ ਵੀ ਆਪਣੀ ਸੀਮਾ ਰੱਖਦੇ ਨੇ, ਤੂੰ ਤੇ ਅਸੀਮ ਹੈ, ਤੇਰੀ ਕੋਈ ਸੀਮਾ ਨਹੀਂ ਹੈ। ਤੁਸੀਂ ਅਣਗਿਣਤ ਸੂਰਜ ਚੰਦਰਮਾ ਤਾਰੇ ਬਣਾਏ ਨੇ, ਅਣਗਿਣਤ ਹੀ ਦੇਵ ਦਾਨਵ ਇੰਦਰ ਸਿਰ ਛਤਰ ਲੋਕ। ਇੱਕ ਇੰਦਰ ਰਾਜਾ ਕਹਿੰਦੇ ਨੇ ਤੇਰੀ ਕੁਦਰਤ 'ਚ ਕੋਟ ਇੰਦਰ ਬੈਠੇ ਹੋਏ, ਜਿਨ੍ਹਾਂ ਦੇ ਸਿਰ ਤੇ ਛਤਰ ਝੂਲ ਰਹੇ ਨੇ। ਤਤ ਦੀ ਗੱਲ ਸਾਹਿਬ ਕਹਿੰਦੇ ਨੇ ਤੀਸਰੇ ਪਦੇ 'ਚ, ਸਗਲ ਸਮਗਰੀ ਆਪਣਾ ਸੂਤ ਧਾਰੈ।
परमात्मा ने सब पदार्थ अपने सूत्र च परोए हुए ने, सब उसके वस विच है। सारे भंडारे उस तो ही शुरू हो रहे ने। आसन लोए लोए भंडार, जो किछ पाया सो एका वार, कर कर वेखै सिरजनहार। नानक सच्चे की साची कार। परमात्मा दा कीता कुछ भी झूठ नहीं है, सब सच है। जो देनहार दाते ने देना है वो दे रहा है। एक बार सानू दे दिता है, हुण बड़े आराम नाल साडे वल्लों देख रहा है ते बड़े आनंद विच है। साहब इसनूं अखीर ते कहंदे जपजी साहब ते वेख्या विदसै कर विचार। वो वेख भी रहा है ते खुश भी हो रहा है। मेथों दुखी भी नहीं है, मैनू दात दे भी रहा है। इवज विच मेरियां चंगियाइयां ते बुराइयां वाच भी रहा है। मेरे कर्म देखे जा रहे हैं पर देणों नहीं हट रहा। देंदा दे लैंदे थक पाहे, जुगा जुगंतर खाहे खाए दे ही जा रहा है। उस दे बस मर्जी अपनी नाल दिंदा है, जिसनों जो भाए वंड दिंदा है। पर साहब कहते हैं बड़ा दयालु है वो कठोर नहीं है, वो अभिग नहीं है, वो बड़ा दयालु सुभाव वाला है। जिसनों जो देना है वो दे रहा है। ऐसा नहीं है भी साडे कर्म वेख के वो साडे दे नाल लड़ पे, उसका यह सुभाव नहीं है। साडे कर्म देख के साडे तो नाराज नहीं हो रहा। मालक दी वड्याई है, मेरा अवगुण है, मैं तो झटपट नाराज हो जाता। मैं देखदा जो मेरे हिसाब से है वही मेरा है, जो मेरे हिसाब से नहीं मेरा नहीं। साडे अंदर दयालु ते निम्रता वाला पक्ष कमजोर है। अज दा दिन बाबा बुढ़ा जी नूं समर्पित है। आप जी का जन्म दिहाड़ा है। कत्थू नंगल की धरती से अज के दिन आप जी ने जन्म लिया। आप जी का जीवन बड़ा निराला है। कुछ प्राप्त हो जाए तो मनुख का सुभाव है वह फुलिया नहीं समाता। ते बाबा बुढ़ा जी निम्रता दे भरे हुए ने, निशानी है। जेड़े उन्हां दे सामने जने गए, उन्हां दे सामने पैदा हुए, जिन्हां नूं आप हथीं सिखाया है। वेला आउण ते जदों उन्हां नूं गुरु वडियाई मिली ते नमस्कारां भी कीतियां ने। साडा इतिहास कहता है गुरु अर्जन पातशाह जी नूं बाबा प्रिथी चंद होरां नूं मुढ़ली सिक्ख्या बाबा बुढ़ा जी दे रहे। छेवें पातशाह नूं भी मुढ़ली सिक्ख्या बाबा बुढ़ा जी दे रहे। पर जिस दिन उन्हां नूं गुरु पदवी मिली उस दिन नमस्कार भी कर रहे। वडियाई है। किते अहंग भाव नहीं भी मैं तो गुरु तो वड्डा हो गया हाँ, मैं तो जान गया हाँ, तुसी मैनू नमस्कार करो। ये भाव नहीं आया। जब तक जीवन सी तद तक सेवा दे नाल जुड़े रहे ते निमरता दी वड्डी दात गरीबी सुभाव अंदर हंडाउंदे रहे। अपने आप नूं अग्यानी सिखां च रखिया, ज्ञानवान भी नहीं खाया। मैं तेरा बेसूझ अनपढ़ सिख हाँ, साहब मैनू तार लियो, अपनी कृपा करे। गुरु चरना विच इस भाव च नमस्कार करनी, क्योंकि इस पंक्ति नूं आप पढ़ आए ने। बाबा बुढ़ा जी जानते ने सगल समगरी अपने सूत धारे, सब कुछ उसके हथ है। तू नाहक अपना जोर लाई, किते अहंग ना कर ले। जपदा जपदा किते मान कर ले, मैं बहुत जप लिया है, सब रह जाएगा। अखीर तक परमात्मा ने अपने हाथ डोरी रखी हुई है। जिथे खिंच रहे हैं उथे जाना पएगा। इसलिए साहब पंजवें पातशाह कहते ने मैं किते भी तेरे कीते ते गिला नहीं करता, रोष नहीं करता, मैनू सब भला लगता है। जैसा भी वापर जैसा बच्चा है।
सुख आ जाए तामी शुकराना है, दुख आ जाए तामी शुक्र है। दुख ही तो सुख दे वल नूं लैके जाएगा। जो बाहरों दुख प्रतीत हो रहा है वो सुख का बूहा खोलेगा। हरेक दुख का मुकाम सुख के बूहे ते है। पर जे दुख आ जाए तो घबरा गए, डर गया कोई, फिर वो सुख तक नहीं अपड़ सकता। अंतरीव सुख की भाल है तो दुख दे विचों गुजरना पएगा। जो गुजरे ही नहीं उस सुख नूं की समझाएगा। उसको डिफाइन करने लिए कुछ होना ही नहीं, की परिभाषा देगा। सुख नूं पाउण दे लई, समझण लई दुख दा होना भी, दुख दा जानना भी जरूरी है। वडियाइयां वाले पुरुषां ने कहा है भी सब तेरा है, मैं तेरे ही आसरे हाँ। नानक जिस जिस भाव है तिस तिस निस्तार है। जेड़ा तेनू प्यारा लगता है मालका तू नूं पार कर लेना है। असी सब लगे हुए हाँ, जेड़ा जीवन तेनू भाग जाएगा वो सफल हो जाएगा। 10वीं अष्टपदी के तीसरे पदे च साहिब मत बख्श रहे सन। विचारां करदियां होइयां भुलां दी खिमा। गुरु अते संगत बख्शनहार है, कृपा करनी जी। प्यार अदब ਅਤੇ ਸਤਿਕਾਰ ਦੇ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।